ਵਾਹਿਗੁਰੂ ਸਾਹਿਬ ਜੀ। ਫਰੀਦਾ ਜਿਨੀ ਕੰਮੀ ਨਾਹੀ ਗੁਣ, ਤੇ ਕੰਬੜੇ ਵਿਸਾਰ। ਮਤ ਸ਼ਰਮਿੰਦਾ ਥੀਵਹੀ, ਸਾਈਂ ਦੇ ਦਰਬਾਰ। ਮਤ ਸ਼ਰਮਿੰਦਾ ਥੀਵਹੀ, ਸਾਈਂ ਦੇ ਦਰਬਾਰ। ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਘਰ ਮੋਹੈ, ਘਰ ਮੋਹਿ ਪਿਤਰੀ ਦੇ। ਅੱਗੇ ਵਸਤ ਸਿਆਣੀਐ, ਪਿਤਰੀ ਚੋਰ ਕਰੇ। ਵੱਡੀਐ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਪਰਮ ਸਤਿਕਾਰਯੋਗ ਸ਼ਬਰ ਛਤਰ ਤਖਤ ਦੇ ਮਾਲਕ, ਵਾਲੀ ਕੁਲ ਆਲਮ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹਾਂ। ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰਚਿਤ ਕੀਤਾ ਹੈ। ਕੁਝ ਸਮਾਂ ਪ੍ਰਾਪਤ ਹੋਇਆ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜੋ ਲੜੀਵਾਰ ਸ਼ਬਦ ਵਿਚਾਰ ਸ੍ਰੀ ਆਸਾ ਜੀ ਕੀ ਵਾਰ ਤਿਨਾਂ ਦੀ ਕਥਾ ਚੱਲ ਰਹੀ ਹੈ। ਗੁਰੂ ਸਾਹਿਬ ਰਹਿਮਤ ਕਾਰਨ ਚੱਲ ਰਹੀ ਵਿਚਾਰ ਆਪ ਵਿੱਚ ਵਰਤ ਕੇ ਕਰਵਾ ਲੈਣ। ਗੁਰੂ ਸਾਹਿਬ ਦੇ ਪਾਸੋਂ ਆਗਿਆ ਲੈਂਦੇ ਹੋਏ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਆਸਾ ਦੀ ਵਾਰ ਦੀ 17ਵੀਂ ਪੌੜੀ ਦੇ ਨਾਲ ਸੁਭਾਏਮਾਨ ਹੈ। ਤੇ ਇਸ ਸ਼ਲੋਕ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਲੋਕ ਇਹ ਸਮਝਦੇ ਨੇ ਕਿ ਇਸ ਸੰਸਾਰ ਦੇ ਉੱਤੇ ਜੋ ਮੈਂ ਕਰਦਾ ਨਾ, ਉਹਨੂੰ ਕੋਈ ਵੇਖਦਾ ਨਹੀਂ, ਤੇ ਦੁਨੀਆ ਅੱਗੇ ਇਹ ਸਮਝਾਉਣ ਦਾ ਯਤਨ ਕਰਦਾ ਕਿ ਮੈਂ ਧਰਮ ਕਰਮ ਕਰਦਾ। ਅਸੀਂ ਹੁਣੇ ਸ਼ਲੋਕ ਸਰਵਣ ਕੀਤਾ ਸਾਹਿਬ ਬਾਬਾ ਫਰੀਦ ਜੀ ਦਾ, ਫਰੀਦਾ ਜਿਨੀ ਕੰਮੀ ਨਾਹੀ ਗੁਣ, ਤੇ ਕੰਬੜੇ ਵਿਸਾਰ। ਉਹ ਕੰਮਾਂ ਨੂੰ ਛੱਡ ਦੇ, ਕਿਉਂ? ਮਤ ਸ਼ਰਮਿੰਦਾ ਥੀਵਹੀ। ਮਨੁੱਖ ਇਹ ਸਮਝਦਾ ਕਿ ਮੈਨੂੰ ਕੋਈ ਤਾਕਦਾ ਨਹੀਂ, ਪਰ ਜਦੋਂ ਉਹਦੀ ਦਰਗਾਹ ਵਿੱਚ ਜਾ ਕੇ ਆਪਣੇ ਕਰਮਾਂ ਦਾ ਹਿਸਾਬ ਦੇਣਾ ਨਾ, ਜਦੋਂ ਭੁਗਤਣਾ ਪੈਣਾ, ਫਿਰ ਉੱਥੇ ਸ਼ਰਮਿੰਦਾ ਹੋਣਾ ਪੈਂਦਾ। ਇਸ ਸ਼ਲੋਕ ਦੇ ਨਾਲ ਇੱਕ ਉਠਾਣਕਾ ਵੀ ਹੈ। ਗੁਰੂ ਸਾਹਿਬ ਬਾਰੇ
ਦਰਜ ਹੈ ਕਿ ਜਦੋਂ ਲਾਹੌਰ ਦੀ ਧਰਤੀ ਦੇ ਉੱਤੇ ਗਏ ਨਾ, ਤੇ ਅੱਜ ਦਾ ਜਿਹੜਾ ਸਲੋਕ ਹੈ ਇਹ ਉਸ ਬਰਥਾਏ ਉਚਾਰਨ ਕੀਤਾ ਸੀ। ਲਾਹੌਰ ਦੇ ਸ਼ਹਿਰ ਵਿੱਚ ਰਹਿਣ ਵਾਲਾ ਦੁਨੀ ਚੰਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਇਹ ਪਰਮਾਤਮਾ ਦਾ ਅਨੰਨ ਭਗਤ ਸੀ, ਭਾਵਨਾ ਵਾਲਾ ਸੀ, ਸ਼ਰਧਾ ਵਾਲਾ ਸੀ। ਪਰ ਕਰਮ ਕੀ ਸੀ ਕਿ ਮਨ ਦੇ ਅੰਦਰ ਜਿਹੜੇ ਵਿਕਾਰ ਸਨ ਉਹ ਪ੍ਰਬਲ ਸਨ। ਧਰਮ ਕਰਮ ਤੇ ਨਿਭਾਉਂਦਾ ਸੀ, ਤੇ ਧਰਮ ਕਰਮ ਨਿਭਾਉਂਦਿਆਂ ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਕੋਲ ਗਏ, ਤੇ ਉਹਨਾਂ ਦਿਨਾਂ ਦੇ ਵਿੱਚ ਇਹ ਆਪਣੇ ਪਿਤਾ ਦਾ ਸਰਾਧ ਕਰਦਾ ਪਿਆ ਸੀ। ਸਰਾਧ, ਜਦੋਂ ਸਰਾਧ ਆਉਂਦੇ ਆ ਨਾ, ਤੇ ਫਿਰ ਸਾਨੂੰ ਵੀ ਆਪਣੇ ਪੁਰਖੇ ਚੇਤੇ ਆ ਜਾਂਦੇ ਆ। ਸਾਰੀ ਉਮਰ ਜਿਨ੍ਹਾਂ ਨੂੰ ਅਸੀਂ ਤਾਨੇ ਮਾਰਦੇ ਥੱਕਦੇ ਨਹੀਂ, ਤੂੰ ਮੇਰੇ ਲਈ ਕੀਤਾ ਕੀ, ਫਿਰ ਸਾਨੂੰ ਚੇਤੇ ਆ ਜਾਂਦੇ ਨੇ ਕਿ ਹੁਣ ਧਰਮ ਕਰਮ ਕਰ ਲਈਏ, ਬਚ ਜਾਵਾਂਗੇ। ਨਹੀਂ ਭਾਈ, ਇੱਥੇ ਤੇ ਕੀਤਾ ਪਾਈਏ ਆਪਣਾ, ਇੱਥੇ ਤੇ ਆਪਣਾ ਕੀਤਾ ਪਾਉਣਾ। ਜਿਹੜਾ ਕਰਮ ਕੀਤਾ ਉਹ ਸਾਹਮਣੇ ਆਉਣਾ। ਸਾਖੀ ਤੋਂ ਪਹਿਲਾਂ ਮੈਂ ਇੱਕ ਉਦਾਹਰਨ ਦੇਵਾਂ। ਕਿਸੇ ਨਾ ਪੁੱਤ ਨੇ ਆਪਣੇ ਪਿਓ ਨੂੰ ਮੋਢਿਆਂ ਤੇ ਚੁੱਕਿਆ ਤੇ ਨਹਿਰ ਨੂੰ ਤੁਰਿਆ ਜਾਂਦਾ। ਪਿਓ ਬਜ਼ੁਰਗ ਸੀ, ਕਹਿੰਦਾ ਪੁੱਤਰਾ ਮੇਰਾ ਸਰੀਰ ਭਾਰਾ, ਮੈਂ ਤੁਰ ਕੇ ਚਲਾ ਜਾਵਾਂਗਾ। ਕਹਿੰਦਾ ਨਹੀਂ, ਅੱਜ ਮੈਂ ਨਹੀਂ ਤੈਨੂੰ ਛੱਡਣਾ। ਮੇਰਾ ਅੱਜ ਮਨ ਹੈ ਕਿ ਅੱਜ ਮੈਂ ਤੈਨੂੰ ਨਹਿਰ ਵਿੱਚ ਸੁੱਟ ਕੇ ਆਉਣਾ, ਤੂੰ ਮੁੜ ਕੇ ਨਾ ਘਰ ਵਿੱਚ ਆਵੇਂ, ਤੇਰੇ ਕਰਕੇ ਘਰ ਦੇ ਵਿੱਚ ਕਲੇਸ਼ ਰਹਿੰਦਾ। ਤੇ ਜਦੋਂ ਲੈ ਕੇ ਗਿਆ ਨਾ ਨਹਿਰ ਦੇ ਕੰਢੇ ਦੇ ਉੱਤੇ, ਕਈਆਂ ਨੇ ਦਰਿਆ ਦੇ ਕੰਢੇ ਆਖਿਆ, ਤੇ ਫਿਰ ਪਿਓ ਨੇ ਆਖਿਆ ਪੁੱਤਰਾ ਜੇ ਭਲਾ ਕਰਮ ਕਰਨ ਹੀ ਲੱਗਾ ਤੇ ਫਿਰ 4 ਕਦਮ ਗਾਂਹ ਹੋ ਕੇ ਸੁੱਟੀ। ਕਿਉਂ ਪਿਤਾ ਜੀ? ਕਹਿੰਦਾ ਮੈਂ ਆਪਣੇ ਪਿਓ ਨੂੰ ਇੱਥੇ ਸੁੱਟਿਆ ਸੀ ਤੇ ਮੇਰੇ ਕਰਮ ਤੇ ਸਾਹਮਣੇ ਆ ਗਏ, ਹੁਣ ਗਾਂਹ ਕਰਕੇ ਸੁੱਟੀ, ਕਿਤੇ ਇਹ ਨਾ ਹੋਵੇ ਕਿ ਤੇਰੇ ਵੀ ਕਰਮ ਸਾਹਮਣੇ ਆ ਜਾਣ। ਤੇ ਫਿਰ ਉਹੀ ਪੁੱਤ ਮੋਢਿਆਂ ਤੇ ਚੁੱਕ ਕੇ ਘਰ ਨੂੰ ਲੈ ਕੇ ਆਉਂਦਾ। ਡਰਦਾ ਹੈ, ਮਨ ਦੇ ਅੰਦਰ ਡਰ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਪਹੁੰਚੇ ਤੇ ਐਸੀ ਅਵਸਥਾ ਕਿ ਪਿੱਤਰਾਂ ਦਾ ਸਰਾਧ ਕੀਤਿਆਂ, ਇੱਕ ਤੇ ਪਿੱਤਰ ਭੁੱਖੇ ਨੇ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਚਲੇ ਜਾਂਦਾ, ਦੂਜਾ ਧਰਮ ਕਰਮ ਹੋ ਜਾਂਦਾ, ਲੋਕ ਵਾਹਵਾ ਖੱਟਦੇ ਨੇ। ਜਿਸ ਤਰ੍ਹਾਂ ਮਲਕ ਭਾਗੋ ਆਪਣੇ ਨਗਰ ਵਿੱਚ ਵਾਹਵਾ ਖੱਟ ਰਿਹਾ ਸੀ, ਲੋਕ ਆਖਦੇ ਸਨ ਇਹਦੇ ਵਰਗਾ ਧਨਾਢ ਕੋਈ ਨਹੀਂ, ਇਹਦੇ ਵਰਗਾ ਧਰਮੀ ਕੋਈ ਨਹੀਂ। ਇਸੇ ਤਰ੍ਹਾਂ ਇਹ ਦੁਨੀ ਚੰਦ ਲਾਹੌਰ ਆਪਣੇ ਪਿਤਾ ਦਾ ਸਰਾਧ ਕਰਾਉਣ ਲੱਗਾ। ਬੜੇ ਬੜੇ ਵੱਡੇ ਬੋਧੀਆਂ ਵਾਲੇ, ਲੰਮੀਆਂ ਲੰਮੀਆਂ ਬੋਧੀਆਂ ਵਾਲੇ ਪੰਡਤ ਆਏ ਨੇ ਤੇ ਸਰਾਧ ਖਾਣ ਵਾਸਤੇ ਆਏ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਨਗਰ ਵਿੱਚ ਜਾ ਕੇ ਡੇਰਾ ਕਰਦੇ ਨੇ। ਜਦੋਂ ਪਤਾ ਚੱਲਦਾ ਫਿਰ ਦਰਸ਼ਨ ਕਰਨ ਵਾਸਤੇ ਆਉਂਦਾ। ਜਿਹੜਾ ਵਿਖਾਵਾ ਕਰਦਾ ਨਾ ਮੈਂ ਧਰਮੀ ਹਾਂ, ਜਿਹੜਾ ਵਿਖਾਵਾ ਨਹੀਂ ਗੁਰੂ ਕੇ ਪਿਆਰੇ ਕਰਦਾ, ਉਹਨੂੰ ਇਹ ਫਰਕ ਨਹੀਂ ਪੈਂਦਾ। ਉਹਨੂੰ ਤੇ ਆਪਣੇ ਇਸ਼ਟ ਦੇ ਨਾਲ ਪਿਆਰ ਹੁੰਦਾ, ਉਹਨੂੰ ਲੋਕਾਂ ਦੇ ਵਾਸਤੇ ਨਹੀਂ। ਉਹ ਇਹ ਨਹੀਂ ਜਤਾਉਂਦਾ। ਤੇ ਉਹਦੇ ਕੋਲ ਉਹਦੇ ਸੱਜਣ ਜਿਹੜੇ ਨੇ, ਉਹਦੇ ਸਨੇਹੀ ਜਿਹੜੇ ਨੇ, ਉਹ ਵੀ ਢੁੱਕ ਢੁੱਕ ਬੈਠਦੇ ਨੇ। ਉਹਨੂੰ ਆਵਾਜ਼ਾਂ ਨਹੀਂ ਮਾਰਨੀਆਂ ਪੈਂਦੀਆਂ ਕਿ ਭਾਈ ਮੈਂ ਨਾਮ ਜਪਦਾ, ਮੈਂ ਬੰਦਗੀ ਕਰਦਾ, ਮੈਂ ਸੇਵਾ ਕਰਦਾ। ਉਹ ਧਰਤੀ ਦੇ ਉੱਤੇ ਸੁੱਤੇ ਸਿੱਧ ਉਜਾਗਰ ਹੋ ਜਾਂਦੇ ਨੇ। ਹੁਣ ਇੱਥੇ ਦੁਨੀ ਚੰਦ ਜਾਂਦਾ ਹੈ ਕਿ ਮੈਂ ਇੱਕ ਮਹਾਂਪੁਰਖ ਆਇਆ, ਸੁਣਿਆ ਬੜਾ ਨਾਮ ਹੈ, ਚਲੋ ਇਹਨਾਂ ਨੂੰ ਵੀ ਸਰਾਧ ਖਵਾ ਦੇਈਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੁਲਾ ਕੇ ਆਪਣੇ ਗ੍ਰਹਿ ਵਿਖੇ ਲੈ ਕੇ ਆਉਂਦੇ ਨੇ। ਗੁਰੂ ਨਾਨਕ ਸਾਹਿਬ ਤੱਕਦੇ ਨੇ, ਜਾਣਦੇ ਪਰ ਪੁੱਛਦੇ ਨੇ ਦੁਨੀ ਚੰਦ ਇਹ ਕੀ? ਕਹਿੰਦਾ ਪਾਤਸ਼ਾਹ ਇਹ ਮੈਂ ਆਪਣੇ ਪਿਤਾ ਦਾ ਸਰਾਧ ਕਰਾ ਰਿਹਾ। ਤੇ ਇਹਦੇ ਨਾਲ ਹੋਏਗਾ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਹਿੰਦੇ ਇਹਦੇ ਨਾਲ ਮੇਰੇ ਪਿੱਤਰ ਭੁੱਖੇ ਨੇ, ਉਹਨਾਂ ਤੱਕ ਪ੍ਰਸ਼ਾਦਾ ਪਹੁੰਚ ਜਾਵੇਗਾ,
ਉਹ ਤ੍ਰਿਪਤ ਹੋ ਜਾਣਗੇ, ਉਹਨਾਂ ਦੀ ਭੁੱਖ ਮਿਟ ਜਾਏਗੀ ਤੇ ਮੇਰਾ ਧਰਮ ਕਰਮ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਪੁੱਛ ਲਿਆ, ਮੇਰੇ ਵਰਗਾ ਹੁੰਦਾ ਤੇ ਆਖਣਾ ਸੀ ਚਲੋ ਭੇਟਾ ਲੈ ਲਵਾਂਗੇ, ਨਾਲੇ ਪ੍ਰਸ਼ਾਦਾ ਛਕ ਲਵਾਂਗੇ। ਸਾਡੀ ਤੇ ਦੇ ਲੈ ਕੇ ਇੱਥੋਂ ਤੱਕ ਹੀ ਗੱਲ ਮੁੱਕ ਜਾਂਦੀ ਹੈ ਨਾ। ਤੇ ਭਾਈ ਅਰਦਾਸ ਕਰ ਦਈਏ, ਇੱਕ ਤੇ ਪ੍ਰਸ਼ਾਦਾ ਛਕਣ ਨੂੰ ਮਿਲੇਗਾ ਤੇ ਦੂਜਾ ਨਾਲ ਮਾਇਆ ਦਾ ਗੱਫਾ ਵੀ ਮਿਲ ਜਾਣਾ। ਫਿਰ ਸ਼ਰਾਧਾਂ ਦੇ ਉੱਤੇ ਤੇ ਪੰਡਤਾਂ ਦੀਆਂ ਜਿਹੜੇ ਮਹਾਤਮਾ ਸਨ, ਜਿਹੜੇ ਸਾਧੂ ਸਨ, ਜਿਹੜੇ ਜਪ ਤਪ ਕਰਨ ਵਾਸਤੇ ਜਾਂਦੇ ਸਨ, ਇਹ ਸਾਰੇ ਇਕੱਠੇ ਹੋ ਜਾਂਦੇ ਸਨ ਤੇ ਜਾਂਦੇ ਸਨ ਆਪਣੇ ਜਪ ਤਪ ਕਰਨ ਵਾਸਤੇ ਕਿ ਅਸੀਂ ਆਪਣੇ ਮਨ ਨੂੰ ਸੰਸਾਰ ਦੇ ਝਮੇਲਿਆਂ ਤੋਂ ਦੂਰ ਕਰਨਾ। ਪਰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਫਿਰ ਮੰਗ ਕੇ ਖਾਂਦੇ ਸਨ। ਹੁਣ ਸਾਰੇ ਇਕੱਠੇ ਹੋਏ ਸਨ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਹਿੰਦੇ ਦੁਨੀ ਚੰਦ, ਮੈਨੂੰ ਫਿਰ ਦੱਸ ਕਿ ਤੈਨੂੰ ਕਿੱਦਾਂ ਪਤਾ ਕਿ ਤੇਰੇ ਪਿਤਰਾਂ ਤੱਕ ਇਹ ਸਾਰਾ ਕੁਝ ਪੁੱਜ ਜਾਵੇਗਾ? ਕਹਿੰਦੇ ਪਾਤਸ਼ਾਹ ਮੈਨੂੰ ਨਹੀਂ ਪਤਾ, ਪਰ ਆ ਜਿਹੜੇ ਸਾਹਮਣੇ ਬੈਠੇ ਆ ਨਾ, ਆ ਧਰਮੀ ਪੁਰਸ਼, ਮੈਂ ਤੇ ਇਹਨਾਂ ਦੇ ਬਾਣੀ ਵੱਲ ਵੇਖ ਕੇ, ਇਹਨਾਂ ਦੇ ਪਹਿਰਾਵੇ ਵੱਲ ਵੇਖ ਕੇ, ਇਹਨਾਂ ਦੇ ਬੋਲ ਬਾਣੀ ਵੱਲ ਵੇਖ ਕੇ, ਜਿਹੜਾ ਇਹਨਾਂ ਨੇ ਪੱਤਰੀਆਂ ਵਾਚੀਆਂ, ਜਿਹੜਾ ਇਹਨਾਂ ਨੇ ਮਹੂਰਤ ਕੱਢਿਆ, ਜਿਹੜਾ ਇਹ ਗੱਲ ਕਹਿੰਦੇ ਨੇ ਕਿ ਸ਼ਰਾਧ ਕਰਾਉਣ ਦੇ ਨਾਲ ਪਿਤਰਾਂ ਤੱਕ ਪ੍ਰਸ਼ਾਦਾ ਪਹੁੰਚ ਜਾਂਦਾ, ਮੈਂ ਇਹਨਾਂ 'ਤੇ ਭਰੋਸਾ ਕੀਤਾ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ, ਦੁਨੀ ਚੰਦ, ਤੂੰ ਤੇ ਮਨੁੱਖਾਂ 'ਤੇ ਆਸਰਾ ਤੱਕ ਲਿਆ, ਤੂੰ ਤੇ ਸਰੀਰਾਂ 'ਤੇ ਆਸਰਾ ਤੱਕ ਲਿਆ। ਆ ਮੈਂ ਤੈਨੂੰ ਦੱਸਦਾ। ਹਾਂਜੀ ਸੱਚੇ ਪਾਤਸ਼ਾਹ, ਕਹਿੰਦੇ ਤੇਰੇ ਪਿੱਤਰ ਕਈ ਦਿਨਾਂ ਤੋਂ ਤੇ ਭੁੱਖੇ ਮਰਦੇ ਨੇ। ਪਾਤਸ਼ਾਹ ਤੁਹਾਨੂੰ ਕਿੱਦਾਂ ਪਤਾ? ਕਹਿੰਦੇ ਜਾ ਆਪਣੇ ਘਰੋਂ ਨਿਕਲ ਤੇ 5 ਮੀਲ ਬਾਹਰ ਜਾ, ਆਪਣੇ ਘਰ ਤੋਂ ਪੱਛਮ ਵਾਲੀ ਦਿਸ਼ਾ ਨੂੰ, ਉੱਥੇ ਇੱਕ ਬਘਿਆੜ ਬੈਠਾ ਏ। ਹੁਣ ਕਈ ਗਿਆਨਵਾਨ ਮਿਸ਼ਨਰੀ ਮਨੁੱਖ ਜਿਹੜੇ ਨੇ ਉਹ ਤਰਕ ਕਰਨਗੇ, ਪਰ ਸਤਿਪੁਰਖ ਦੇ ਜਨ ਜਾਣਿਆ ਸਤਿਗੁਰ ਤਿਸ ਕਾ ਨਾਮ, ਤਿਸ ਕਾ ਸੰਗ ਸਿੱਖ ਉਧਰੈ, ਉਹ ਉਧਾਰ ਕਰ ਦਿੰਦਾ। ਗੁਰੂ ਪਰਮੇਸ਼ਰ ਹੈ, ਕਰਨ ਕਾਰਨ ਸਮਰੱਥ ਹੈ। ਆਖਿਆ ਦੁਨੀ ਚੰਦ ਜਾ, ਜਦੋਂ ਤੱਕਿਆ ਜਾ ਕੇ ਉੱਥੇ ਇੱਕ ਬਘਿਆੜ ਬੈਠਾ, ਤੇ ਜਦੋਂ ਸਾਹਮਣੇ ਗਿਆ ਉਹ ਬਘਿਆੜ ਨੇ, ਕਈਆਂ ਨੇ ਇਹ ਜ਼ਿਕਰ ਕੀਤਾ ਕਿ ਆਵਾਜ਼ ਕੱਢੀ, ਇਹਦੇ ਵੱਲ ਨੂੰ ਆਣ ਕੇ ਦੁਨੀ ਚੰਦ ਦੇ ਕੋਲ ਖਲੋ ਗਿਆ। ਪਰ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਲਿਖਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਦੁਨੀ ਚੰਦ ਡਰੀ ਨਾ, ਉਹ ਤੇਰਾ ਪਿਤਾ ਹੀ, ਤੇ ਉਹ ਇਨਸਾਨ ਦਾ ਰੂਪ ਕੁਝ ਸਮੇਂ ਲਈ ਧਾਰਨ ਕਰੇਗਾ। ਡਰ ਨਾ ਜਾਈ, ਉਹਨੂੰ ਇਹ ਪ੍ਰਸ਼ਾਦਾ ਛਕਾ ਦੇਈ। ਦੁਨੀ ਚੰਦ ਗਿਆ, ਡਰਿਆ ਨਹੀਂ, ਜਾ ਕੇ ਪ੍ਰਸ਼ਾਦਾ ਛਕਾਇਆ, ਅੱਖਾਂ ਵਿੱਚ ਹੰਝੂ ਨੇ, ਤੇ ਪੁੱਛਦਾ, ਪਿਤਾ ਜੀ ਇਹ ਕੀ ਗੱਲ? ਮੈਂ ਤੱਕਿਆ ਤੁਸੀਂ ਸਾਰੀ ਜ਼ਿੰਦਗੀ ਧਰਮ ਕਰਮ ਕੀਤਾ ਤੇ ਫਿਰ ਵੀ ਤੁਹਾਨੂੰ ਜੂਨ ਬਘਿਆੜ ਦੀ ਪਈ। ਮੈਨੂੰ ਪਤਾ ਚੱਲਿਆ ਸੀ ਜਿਹੜਾ ਧਰਮ ਕਰਮ ਕਰਦਾ, ਇਹ ਬੋਧੀਆਂ ਵਾਲੇ ਆਖਦੇ ਨੇ, ਇਹ ਸਾਧੂ ਆਖਦੇ ਨੇ ਜਿਹੜੇ ਸਾਡੇ ਘਰ ਆਉਂਦੇ ਸਨ, ਕਿ ਜਿਹੜਾ ਧਰਮ ਕਰਮ ਕਰਦਾ ਉਹਨੂੰ ਵਿਸ਼ੇਸ਼ਤਾ ਮਿਲਦੀਆਂ ਨੇ, ਉਹਨੂੰ ਸਵਰਗ ਲੋਕ ਮਿਲਦਾ। ਤੇ ਫਿਰ ਉੱਥੇ ਪਿਤਾ ਨੇ ਆਖਿਆ, ਪੁੱਤਰ ਮੈਂ ਸਾਰੀ ਜ਼ਿੰਦਗੀ ਧਰਮ ਕਰਮ ਤੇ ਕੀਤਾ, ਪਰ ਵਾਸ਼ਨਾ ਉੱਤੇ ਕਾਬੂ ਨਹੀਂ ਪਾ ਸਕਿਆ। ਬੜੀ ਕੋਸ਼ਿਸ਼ ਕੀਤੀ, ਇਹਨਾਂ ਜਪੀਆਂ ਦੀ, ਇਹਨਾਂ ਤਪੀਆਂ ਦੀ, ਇਹਨਾਂ ਧਰਮੀ ਪੁਰਖਾਂ ਦੀ ਕਿਰਪਾ ਦੇ ਸਦਕਾ ਮੈਂ ਬੜਾ ਕੋਸ਼ਿਸ਼ ਕੀਤੀ ਆਪਣੇ 5 ਇੰਦਰੀਆਂ ਨੂੰ ਕਾਬੂ ਕਰਨ ਵਿੱਚ। ਇਹ ਸਰੀਰਕ ਇੰਦਰੀ ਜਿਹੜੇ ਸਨ, ਇਹਨਾਂ ਨੂੰ ਕਾਬੂ ਕਰਨ ਵਿੱਚ ਬੜੀ ਕੋਸ਼ਿਸ਼ ਕੀਤੀ, ਪਰ ਇਹ ਕਾਬੂ ਵਿੱਚ ਨਹੀਂ ਆਏ। ਪਿਤਾ ਜੀ ਕਿਸ ਤਰ੍ਹਾਂ? ਕਹਿੰਦੇ ਅਖੀਰ ਜਦੋਂ ਮੈਂ ਮਰਨ ਲੱਗਾ ਸਨ ਤੇ ਮੇਰੇ ਆਪਣੇ ਘਰ ਦੇ ਨੇੜੇ ਮਾਸ ਰਿੱਝ ਰਿਹਾ ਸੀ, ਮਾਸ, ਤੇ ਸੁਗੰਧੀ ਆਈ। ਮੇਰੀ ਨਾਸਕਾ ਨੇ ਉਸ ਸੁਗੰਧੀ ਨੂੰ ਚਖਿਆ ਤੇ ਮਰਦੇ ਮਰਦੇ ਹੋਏ ਦੇ ਮਨ ਵਿੱਚ ਲਾਲਚ ਆਇਆ, ਕਿਤੇ ਮੈਂ ਇੱਕ ਵਾਰੀ ਇਹ ਚੱਖ ਹੀ ਲੈਂਦਾ, ਜ਼ਿੰਦਗੀ ਦੇ ਵਿੱਚ ਇਹ ਸਵਾਦ ਲੈ ਹੀ ਲੈਂਦਾ। ਤੇ ਗੁਰਬਾਣੀ ਕਹਿੰਦੀ ਆ, ਅੰਤ
ਬਾਰ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ। ਗੁਰਬਾਣੀ ਨੇ ਕਿਹਾ ਜਿਹੜੀ ਐਸੀ ਚਿੰਤਾ ਦੇ ਵਿੱਚ ਮਰਦਾ ਨਾ ਕਿ ਮੈਨੂੰ ਮਾਇਆ ਮਿਲ ਜਾਵੇ ਜਾਂ ਮੇਰੇ ਮਨ ਦੀ ਆਹ ਖੁਆਇਸ਼ ਪੂਰੀ ਹੋ ਜਾਵੇ, ਫਿਰ ਉਹਨੂੰ ਉਹੀ ਜੂਨ ਪ੍ਰਾਪਤ ਹੁੰਦੀ ਹੈ। ਤੇ ਪੁੱਤਰਾ ਮੈਨੂੰ ਜੂਨ ਪ੍ਰਾਪਤ ਹੋਈ ਬਘਿਆੜ ਦੀ, ਕਿਉਂਕਿ ਬਘਿਆੜ ਜਿਹੜਾ ਉਹ ਮਾਸ ਖਾਂਦਾ। ਜੰਗਲੀ ਬਘਿਆੜ ਜਦੋਂ ਜੰਗਲ ਦੇ ਵਿੱਚ ਰਹਿੰਦਾ ਉਹ ਫਿਰ ਵਹਿੰਦਾ ਨਹੀਂ ਕੋਈ ਵੀ, ਜਿਹੜਾ ਜਾਨਵਰ ਆਉਂਦਾ ਉਹਦਾ ਮਾਸ ਖਾ ਜਾਂਦਾ, ਚੱਖ ਜਾਂਦਾ, ਉਹਨੂੰ ਪਾੜ ਕੇ ਚੀਰ ਕੇ ਰੱਖ ਦਿੰਦਾ। ਤੇ ਮੈਨੂੰ ਇਹ ਜੂਨ ਪ੍ਰਾਪਤ ਹੋਈ ਹੈ। ਪਰ ਹੁਣ ਤੇਰੇ ਕੋਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, ਤੂੰ ਉਹਨਾਂ ਦੇ ਦਰਸ਼ਨ ਕੀਤੇ। ਪਾਤਸ਼ਾਹ ਬੜੇ ਪਿਤਾ ਜੀ ਬੜੇ ਮਹਾਨ ਪੁਰਸ਼ ਆਏ ਨੇ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿਉਂ? ਤੇ ਕਹਿੰਦੇ ਇਹ ਕਲਯੁਗ ਦੇ ਅਵਤਾਰ ਨੇ। ਇਹ ਕਲਯੁਗ ਦੇ ਵਿੱਚ ਉਧਾਰ ਕਰਨ ਵਾਸਤੇ ਆਏ ਨੇ, ਕਿਉਂਕਿ ਇੱਥੇ ਕਲਯੁਗ ਦੇ ਵਿੱਚ ਜਿਹੜੇ ਰੱਥ ਚੱਲ ਰਹੇ ਨੇ ਇਹ ਅੱਗ ਦੇ ਨੇ, ਤੇ ਅੱਗ ਦੇ ਵਿੱਚ ਬਚਾਉਣ ਵਾਸਤੇ ਕੇਵਲ ਉਸ ਪਰਮਾਤਮਾ ਦਾ ਸਤਨਾਮ ਸ੍ਰੀ ਵਾਹਿਗੁਰੂ ਦਾ ਸਹਾਰਾ ਹੋਣਾ। ਤੇ ਜਿਹਨੇ ਸਤਨਾਮ ਦੀ ਬੰਦਗੀ ਕਰ ਲਈ, ਵਾਹਿਗੁਰੂ ਵਾਹਿਗੁਰੂ ਸਿਮਰ ਲਿਆ, ਉਹ ਪਰਮਾਤਮਾ ਦੀ ਬੰਦਗੀ ਵਿੱਚ ਆਰਾਧਨਾ ਕੀਤੀ, ਉਹਦੇ ਨਾਮ ਬਾਣੀ ਦੀ ਅਭਿਆਸ ਕੀਤਾ, ਉਹਦਾ ਉਧਾਰ ਹੋਣਾ। ਤੇ ਜਿਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਨਾ, ਕਿਉਂਕਿ ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਿਹਨੇ ਗੁਰੂ ਦੇ ਹੀ ਦਰਸ਼ਨ ਕਰ ਲਏ ਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉਹਦਾ ਜਨਮ ਤੇ ਮਰਨ ਦੋਵੇਂ ਕੱਟੇ ਜਾਣੇ ਨੇ। ਇਹ ਦੁੱਖਾਂ ਤੋਂ ਉਹਨੂੰ ਛੁਟਕਾਰਾ ਮਿਲ ਜਾਣਾ। ਪੁੱਤਰਾ ਤੇਰੇ ਭਾਗ ਚੰਗੇ ਨੇ, ਤੂੰ ਦਰਸ਼ਨ ਕੀਤੇ ਨੇ। ਵੇਖ ਤੂੰ ਦਰਸ਼ਨ ਕਰਕੇ ਆਇਆ ਤੇ ਤੇਰੇ ਦਰਸ਼ਨ ਮੈਂ ਕਰ ਲਏ, ਭਾਵ ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਰਸ਼ਨ ਹੋ ਗਏ। ਹੁਣ ਮੇਰੀ ਮੁਕਤੀ ਹੈ। ਹੁਣ ਦੁਨੀ ਚੰਦ ਬੜਾ ਹੈਰਾਨ ਹੁੰਦਾ, ਪਿਤਾ ਸਰੀਰ ਤਿਆਗ ਦਿੰਦਾ, ਸੰਸਾਰ ਛੱਡ ਕੇ ਚਲਾ ਜਾਂਦਾ, ਭਾਵ ਉਹਨੂੰ ਮੁਕਤੀ ਮਿਲ ਜਾਂਦੀ ਬਘਿਆੜ ਦੇ ਸਰੀਰ ਦੇ ਰੂਪ। ਘਰ ਆਉਂਦਾ, ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੈ ਜਾਂਦਾ, ਪਾਤਸ਼ਾਹ ਮੈਨੂੰ ਸਮਝ ਨਹੀਂ ਲੱਗੀ, ਮੈਨੂੰ ਸਮਝਾਓ। ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੇ ਮੋਹਾਕਾ ਘਰ ਮੋਹੇ ਪਿਤਰੀ ਦੇ। ਕਹਿੰਦੇ ਜੇ ਕੋਈ ਘਰ ਵਿੱਚ ਬੈਠ ਕੇ ਜੇ ਮੋਹਾਕਾ ਘਰ ਮੋਹੇ ਪਿਤਰੀ ਦੇ, ਜੇ ਕੋਈ ਚੋਰ, ਮੁਹਾਕੇ ਦਾ ਅਰਥ ਹੈ ਚੋਰ, ਚੋਰੀ ਕਰਨੀ, ਠੱਗੀ ਮਾਰਨੀ। ਕਹਿੰਦੇ ਜੇ ਕੋਈ ਮਨੁੱਖ ਠੱਗੀ ਮਾਰ ਕੇ, ਚੋਰੀ ਕਰਕੇ ਜਾਂ ਕਿਸੇ ਦਾ ਹੱਕ ਜਿਹੜਾ ਵਾ ਉਹ ਖੋਹ ਕੇ ਤੇ ਆਪਣੇ ਘਰ ਦੇ ਵਿੱਚ ਜਿਹੜਾ ਵਾ ਆਪਣੇ ਪਿੱਤਰਾਂ ਦੀ ਪੂਜਾ ਲਈ ਪ੍ਰਸ਼ਾਦਾ ਰੱਖਦਾ ਹੈ, ਜੇ ਮੁਹਾਕਾ ਘਰ ਮੋਹੇ ਪਿਤਰੀ ਦੇ, ਘਰ ਵਿੱਚ ਉਹ ਧਨ ਲਿਆ ਕੇ ਉਹਦਾ ਲੰਗਰ ਪ੍ਰਸ਼ਾਦਾ ਤਿਆਰ ਕਰਦਾ ਤੇ ਘਰ ਵਿੱਚ ਫਿਰ ਆਪਣੇ ਪਿੱਤਰਾਂ ਦੀ ਖਾਤਰ ਉਹ ਲੰਗਰ ਬ੍ਰਹਮ ਭੋਜ ਕਰਾਉਂਦਾ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਗੇ ਵਸਤ ਸਿਝਾਣੀ ਹੈ ਪਿਤਰੀ ਚੋਰ ਕਰੇ। ਕਹਿੰਦੇ ਜਿਹੜੀ ਤੂੰ ਇਸ ਗੱਲ ਸਮਝਦਾ ਨਾ ਕਿ ਮੈਂ ਧਰਮ ਕਰਮ ਕੀਤਾ, ਤੂੰ ਠੱਗੀਆਂ ਮਾਰੀਆਂ ਨੇ, ਤੂੰ ਠੱਗੀਆਂ ਮਾਰ ਕੇ ਧਨ ਇਕੱਠਾ ਕਰਦਾ। ਜਿਸ ਤਰ੍ਹਾਂ ਅਸੀਂ ਕੱਲ੍ਹ ਸਾਖੀ ਸਰਵਣ ਕੀਤੀ ਸੀ ਨਾ ਮਲਕ ਭਾਗੋ ਦੀ, ਬੜਾ ਧਨ ਇਕੱਠਾ ਕੀਤਾ, ਅੰਬਾਰੇ ਲਾਏ ਸਨ। ਸਾਹਿਬ ਸੱਚੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਵੀ ਉਪਦੇਸ਼ ਦਿੱਤਾ ਸੀ। ਤੇ ਇੱਥੇ ਉਪਦੇਸ਼ ਕਰਦੇ ਨੇ ਦੁਨੀ ਚੰਦ, ਜੇ ਕਿਤੇ ਤੂੰ ਇੱਕ ਧਨ ਇਕੱਠਾ ਕਰਕੇ ਇਹਦਾ ਲੰਗਰ ਲਾ ਦੇਵੇਂ ਤੇ ਫਿਰ ਜਿਹੜੇ ਤੇਰੇ ਪਿੱਤਰ ਨੇ, ਤੂੰ ਸਮਝਦਾ ਤੂੰ ਸਮਝਦਾ ਕਿ ਜਿਹੜੇ ਸਵਰਗ ਲੋਕ ਵਿੱਚ ਬੈਠੇ ਨੇ ਜਾਂ ਕਿਸੇ ਵੀ ਜੂਨ ਵਿੱਚ ਜੂਨ ਭੁਗਤ ਰਹੇ ਨੇ, ਜਿਹੜੇ ਪੰਡਤ ਤੈਨੂੰ ਆਣ ਕੇ ਦੱਸਦੇ ਨੇ ਕਿ ਇਹ ਬ੍ਰਹਮ ਕਰਮ ਕਰ, ਇਹਦੇ ਨਾਲ ਤੇਰਾ ਭਲਾ ਹੋਵੇਗਾ। ਭਾਈ ਭਲਾ ਤੇਰਾ ਨਹੀਂ ਹੋਣਾ,
ਜੇ ਤੂੰ ਇਹ ਗੱਲ ਸਮਝਦਾ ਕਿ ਮੈਂ ਇਹ ਸਭ ਕੁਝ ਕਰ ਲਿਆ, ਔਖਾ ਸੌਖਾ ਹੋ ਕੇ ਧਨ ਇਕੱਠਾ ਕਰ ਲਿਆ, ਧਨ ਇਕੱਠਾ ਕਰਕੇ ਮੈਂ ਲੰਗਰ ਵੀ ਲਾ ਦਿੱਤਾ, ਪਰ ਜੇ ਕਿਤੇ ਜਿਨ੍ਹਾਂ ਪਿੱਤਰਾਂ ਦੀ ਖਾਤਰ ਤੂੰ ਇਹ ਧਨ ਇਕੱਠਾ ਕਰਕੇ ਲੰਗਰ ਲਾਇਆ, ਜਿਨ੍ਹਾਂ ਦੇ ਘਰੋਂ ਤੂੰ ਧਨ ਲਿਆਇਆ, ਜੇ ਕਿਤੇ ਉਹਦੇ ਪਿੱਤਰ ਵੀ ਉੱਥੇ ਬੈਠੇ ਹੋਏ, ਤੇ ਫਿਰ ਅੱਗੇ ਵਸਤ ਸਿਆਣੀ ਹੈ। ਫਿਰ ਤੇਰੇ ਪਿੱਤਰਾਂ ਦੇ ਕੋਲ ਉਹ ਵਸਤ ਸਿਆਣੀ ਜਾਣੀ ਹੈ। ਜਿਹੜੇ ਤੇਰੇ ਪਿੱਤਰਾਂ ਦੇ ਕੋਲ, ਤੇਰੇ ਆਂਢੀਆਂ ਗਵਾਂਢੀਆਂ ਦੇ, ਜਾਂ ਜਿਨ੍ਹਾਂ ਦੇ ਕੋਲੋਂ ਤੂੰ ਧਨ ਠੱਗ ਕੇ ਲਿਆਂਦਾ ਨਾ, ਉਹਨਾਂ ਦੇ ਪਿੱਤਰ ਬੈਠੇ ਹੋਏ, ਉਹਨਾਂ ਉਹ ਧਨ ਉਹ ਦਾਨ ਕੀਤਾ ਹੋਇਆ। ਕਿਉਂਕਿ ਇੱਥੇ ਪੰਡਤਾਂ ਨੇ ਇਹ ਬੜਾ ਵੱਡਾ ਭਰਮ ਪਾਇਆ ਸੀ ਕਿ ਵੱਧ ਤੋਂ ਵੱਧ ਪਿੱਤਰਾਂ ਦੀ ਖਾਤਰ ਜਿਹੜਾ ਦਾਨ ਪੁੰਨ ਕਰਨਾ। ਅੱਜ ਵੀ ਹੁੰਦਾ, ਜਦੋਂ ਅਸੀਂ ਜਾਂਦੇ ਹਾਂ ਨਾ, ਅਖੰਡ ਪਾਠ ਸਾਹਿਬ ਰੱਖਿਆ ਹੁੰਦਾ, ਅਤੇ ਪਿੱਤਰਾਂ ਦੀ ਖਾਤਰ ਫਿਰ ਇੱਕ ਅਸੀਂ ਬਿਸਤਰਾ ਲੈ ਕੇ ਜਾਂਦੇ ਹਾਂ, ਇੱਕ ਜੋੜਾ ਲੈ ਕੇ ਜਾਂਦੇ ਹਾਂ। ਮਾਫ਼ ਕਰਿਓ, ਇਹ ਅਸੀਂ ਵੀ ਬ੍ਰਾਹਮਣ ਹੀ ਹਾਂ। ਜੇ ਕਿਸੇ ਨੂੰ ਕਹਿ ਦਈਏ ਨਾ, ਤੇ ਮੇਰੇ ਬਜ਼ੁਰਗ ਬੈਠੇ, ਇਹਨਾਂ ਨੇ 2-4 ਮੇਰੇ ਚਪੇੜਾਂ ਮਾਰਨੀਆਂ ਕਿ ਭਾਈ ਤੂੰ ਕੀ ਬੋਲ ਗਿਆ। ਤੇ ਮਾਫ਼ ਕਰਿਓ, ਸਾਡੀ ਬ੍ਰਾਹਮਣਾਂ ਵਾਲੀ ਸੋਚ ਹੈ। ਜਿੰਦੇ ਜੀ ਅਸੀਂ ਉਹਨੂੰ ਗਦੇਲਾ ਨਹੀਂ ਦੇ ਦਿੱਤੇ, ਤੇ ਜੇ ਦੇ ਹੀ ਦਿੱਤਾ ਜਿੰਦੇ ਜੀ, ਕਿਤੇ ਉਹਦੀ ਸੇਵਾ ਕਰ ਹੀ ਦਿੱਤੀ, ਇਹ ਸਾਡਾ ਫਰਜ਼ ਬਣਦਾ ਸੀ। ਤੇ ਫਿਰ ਮਰੇ ਤੇ ਅਸੀਂ ਕੀ ਕਰਦੇ ਹਾਂ ਕਿ ਗੁਰੂ ਘਰ ਦੇ ਵਿੱਚ ਫਿਰ ਇੱਕ ਗਦੇਲਾ ਲੈ ਕੇ ਆਉਂਦੇ, ਇੱਕ ਸੋਹਣੀ ਚਾਦਰ ਲੈ ਕੇ ਆਉਂਦੇ ਹਾਂ, ਸਰਾਣਾ ਵੀ ਲੈ ਕੇ ਆਉਂਦੇ ਹਾਂ, ਸਾਰਾ ਬਿਸਤਰਾ ਲੈ ਕੇ ਪਹੁੰਚਦੇ ਹਨ। ਤੇ ਜੇ ਕਿਤੇ ਬਾਹਰ ਕੋਈ ਥੱਲੇ ਗਰੀਬ ਬੈਠਾ ਹੋਵੇ ਨਾ, ਆਖੇ ਕਿ ਭਾਈ ਮੈਨੂੰ ਦੇ ਦੇ, ਅਸੀਂ ਉਹਨੂੰ 2-4 ਲਪੇੜੇ ਮਾਰਦੇ। ਤੇਰੀ ਕੀ ਔਕਾਤ ਮੇਰੇ ਪਿਓ ਦਾ ਬਿਸਤਰਾ ਲੈਣ ਦੀ। ਤੇ ਫਿਰ ਅਸੀਂ ਹੋਏ ਨਾ ਬ੍ਰਾਹਮਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਹਮਣੇ ਬੈਠੇ ਨੇ, ਇਹਨਾਂ ਭਰਮ ਪਾਇਆ। ਦੁਨੀ ਚੰਦ ਕਹਿੰਦਾ ਕਿਹੜਾ ਭਰਮ? ਕਹਿੰਦੇ ਜਿਹੜਾ ਇਹਨਾਂ ਨੇ ਭਰਮ ਪਾਇਆ ਨਾ, ਵੱਧ ਤੋਂ ਵੱਧ ਦਾਨ ਕਰ। ਇਹ ਦਾਨ ਉੱਥੇ ਨਹੀਂ ਜਾਣਾ, ਇਹ ਸਾਰਾ ਇਹਨਾਂ ਦੇ ਘਰਾਂ ਵਿੱਚ ਰਹਿ ਜਾਣਾ। ਤੇ ਇਹਨਾਂ ਦੇ ਘਰਾਂ ਵਿੱਚ ਇਹ ਬੈਠਾ ਹੋਇਆ ਦਾਨ ਜਿਹੜਾ ਤੂੰ ਚੋਰੀ ਕਰਕੇ ਧਨ ਕਮਾਇਆ, ਤੇਰਾ ਕਰਮ ਜਿਹੜਾ ਸਾਰਾ ਸਤਿਆਨਾਸ਼ ਹੋ ਜਾਣਾ। ਇਸ ਕਰਕੇ ਕਿਉਂ ਨਾ ਉਹ ਕਰਮ ਕਰ ਜਿਸ ਕਰਮ ਦੇ ਕਰਕੇ ਤੇਰਾ ਇਸ ਧਰਤੀ ਦੇ ਉੱਤੇ ਵੀ ਤੇ ਉਸ ਪਰਮਾਤਮਾ ਦੀ ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਹੇ ਦੁਨੀ ਚੰਦ, ਇਸ ਧਰਤੀ ਦੇ ਉੱਤੇ ਮੰਨ ਲਾ ਤੂੰ ਧਰਮ ਕਰਮ ਕਰ ਲਿਆ, ਪਰ ਜੇ ਤੇਰੇ ਪਿੱਤਰਾਂ ਦੇ ਕੋਲ ਉਹਨਾਂ ਦੇ ਬੈਠੇ ਹੋਏ ਪਿੱਤਰਾਂ ਨੇ ਜੇ ਵਸਤ ਸਿਆਣ ਲਈ ਨਾ, ਤੇ ਫਿਰ ਉਹਨਾਂ ਨੇ ਤੇਰੇ ਪਿੱਤਰਾਂ ਨੂੰ ਚੋਰ ਚੋਰ ਕਹਿ ਕੇ ਬੁਲਾਉਣਾ ਕਿ ਚੋਰਾ, ਤੇਰਾ ਪੁੱਤਰ ਵੀ ਚੋਰ, ਜਿਹਨੇ ਇਹ ਧਨ ਚੁਰਾ ਕੇ ਤੇਰੇ ਵਾਸਤੇ ਇਹ ਸਮਾਨ ਭੇਜਿਆ। ਪਾਤਸ਼ਾਹ ਚਲੋ ਠੀਕ ਹੈ, ਮੈਂ ਇਹ ਗੱਲ ਸਮਝ ਗਿਆ, ਪਰ ਇਹਨਾਂ ਦਾ ਕੀ ਬਣੇਗਾ? ਕਹਿੰਦੇ ਫਿਰ ਵੱਡੀ ਹੈ ਹੱਥ ਦਲਾਲ ਕੇ। ਕਹਿੰਦਾ ਜਿਨ੍ਹਾਂ ਨੇ ਦਲਾਲੀ ਕੀਤੀ ਨਾ, ਅਸੀਂ ਵੀ ਵਿੱਚੇ ਆਉਂਦੇ ਹਾਂ। ਜਿਹੜੇ ਗੁਰੂ ਘਰ ਦੇ ਵਜ਼ੀਰ ਬੈਠੇ ਨੇ, ਜਿਹੜੇ ਬ੍ਰਾਹਮਣ ਕਰਮ ਕਰਦੇ ਨੇ ਨਾ ਐਸੇ, ਕਿਉਂਕਿ ਲਾਲਚ ਹੁੰਦਾ ਕਿ ਕੋਈ 100 ਦਾ ਕੋਈ 500 ਦਾ ਨੋਟ ਮੇਰੀ ਜੇਬ ਵਿੱਚ ਵੀ ਪੈ ਜਾਊਗਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੇ ਧਰਮਾਂ ਦੇ ਆਗੂਆਂ ਨੂੰ ਇਹ ਗੱਲ ਦੱਸਦੇ ਨੇ ਕਿ ਜਿਹੜਾ ਦਲਾਲੀ ਕਰਦਾ ਨਾ, ਫਿਰ ਉਸ ਦਲਾਲ ਦੇ ਹੱਥ ਵੀ ਵੱਢੇ ਦੇ, ਉਹ ਪਰਮਾਤਮਾ ਵੱਢ ਦਿੰਦਾ। ਵੱਢੀਏ ਹੱਥ ਦਲਾਲ ਕੇ ਮੁਸਬੀ ਇਹ ਕਰੇ। ਜਿਹੜਾ ਉਹ ਦਲਾਲੀ ਕਰਦਾ ਨਾ, ਉਹਦੇ ਹੱਥ ਵੀ ਕੱਟ ਦਿੰਦਾ ਉਹ ਪਰਮਾਤਮਾ। ਭਾਵ ਉਹਦੀ ਵੀ ਇੱਜ਼ਤ ਪੱਤ ਜਿਹੜੀ ਆ ਉਹ ਲੈ ਜਾਂਦੀ ਹੈ ਉਹਦੀ ਪਰਮਾਤਮਾ ਦੀ ਦਰਗਾਹ ਵਿੱਚ, ਉਹਦਾ ਵੀ ਮੂੰਹ ਕਾਲਾ ਹੁੰਦਾ। ਭਾਵ ਜਿਹੜੇ ਧਾਰਮਿਕ ਆਗੂ ਸੰਸਾਰ ਦੇ ਉੱਤੇ ਮਨੁੱਖਤਾ ਦੇ ਦਲਾਲ ਬਣੇ ਨਾ, ਉਹ ਮੈਂ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਕਰਵਾਵਾਂ, ਆਓ ਪਰਮਾਤਮਾ ਦਾ ਨਾਮ ਦੇਵਾਂ। ਹੁਣ ਇੱਥੇ ਕਈਆਂ ਨੇ ਸਵਾਲ ਕਰਨਾ, ਪਰਮਾਤਮਾ ਦਾ ਨਾਮ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਦਿੱਤਾ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਸੇ ਨੂੰ ਆਵਾਜ਼ ਨਹੀਂ ਮਾਰੀ ਵੀ ਆ ਮੇਰੇ ਕੋਲ ਬੈਠ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੁਨ ਛੇੜੀ ਹੈ। ਮਰਦਾਨੇ ਨੂੰ ਆਖਿਆ ਮਰਦਾਨਿਆ ਰਬਾਬ ਵਜਾ, ਬਾਣੀ ਆਈ ਏ। ਤੇ ਜਦੋਂ ਸ਼ਬਦ ਗਾਇਆ ਨਾ ਸ਼ਬਦ, ਤੇ ਫਿਰ ਉਸ ਸ਼ਬਦ ਨੂੰ, ਉਸ ਧੁਨ ਨੂੰ ਸੁਣ ਕੇ ਜਿਸ ਤਰ੍ਹਾਂ ਭੌਰਾ ਦੌੜ ਕੇ ਆਣ ਕੇ ਬੈਠ ਜਾਂਦਾ ਨਾ ਰਸ ਚੂਸਦਾ, ਇਸੇ ਤਰ੍ਹਾਂ ਫਿਰ ਸੰਗਤ ਇਕੱਠੀ ਹੋ ਜਾਂਦੀ ਸੀ ਜਿਹੜੀ ਰਸ ਵਿਹਾਂਜਣ ਵਾਸਤੇ ਆਈ ਸੀ। ਤਪਦੇ ਹਿਰਦਿਆਂ ਨੂੰ ਠਾਰ ਦਿੰਦੀ ਸੀ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਇਸ ਕਰਕੇ
ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਗੱਲ ਕਰਦੇ ਨੇ ਕਿ ਜਦੋਂ ਇਹ ਦਲਾਲਪੁਣਾ ਹਟ ਜਾਵੇਗਾ, ਸਿੱਧਾ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋਣ ਲੱਗੇਗਾ, ਉਹਦੇ ਵਿੱਚ ਸ਼ਬਦ ਕੰਮ ਕਰੇਗਾ। ਸ਼ਬਦ ਕਿਸੇ ਦਾ ਵੀ ਮਾੜਾ ਨਹੀਂ। ਗੁਰਬਾਣੀ ਇਹ ਗੱਲ ਕਹਿੰਦੀ ਹੈ ਨਾ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੇ ਜੋ ਬਤਾਲਿਆ। ਕਿਸੇ ਧਰਮ ਗ੍ਰੰਥ ਨੂੰ ਮਾੜਾ ਥੋੜ੍ਹਾ ਕਿਹਾ, ਮਾੜਾ ਉਹਨੂੰ ਕਿਹਾ ਜਿਹਨੇ ਗਿਆਨ ਹਾਸਲ ਨਹੀਂ ਕੀਤਾ। ਇੱਥੇ ਵੇਦ ਕੇਵਲ 4 ਵੇਦ ਹੀ ਨਹੀਂ, ਇੱਥੇ ਸਾਰੇ ਧਾਰਮਿਕ ਗ੍ਰੰਥ ਆ ਜਾਂਦੇ ਨੇ ਜਿਹੜੇ ਧਰਮ ਦੇ ਰਾਹ ਦੇ ਉੱਤੇ ਤੋਰ ਦਿੰਦੇ ਨੇ। ਤੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਇਸ ਧਰਤੀ ਦੇ ਉੱਤੇ ਉਸ ਦਲਾਲ ਦੇ ਹੱਥ ਵੀ ਵੱਢੇ ਜਾਂਦੇ ਨੇ ਜਿਹੜਾ ਦਲਾਲੀ ਕਰਦਾ ਚੰਦ ਕਮਾਇਆ ਦੀ ਖਾਤਰ। ਤੂੰ ਧਰਮ ਕਰਮਾਂ ਦੇ ਨਿਭਾਉਣ ਦੀ ਖਾਤਰ ਚੋਰੀ ਕਰਕੇ ਧਨ ਵਿਹਾਂਜ ਕੇ ਇਕੱਠਾ ਕਰਨਾ ਹੈ ਤੇ ਆਪਣੇ ਪਿੱਤਰਾਂ ਦਾ ਦਾਨ ਦੇਣਾ ਹੈ, ਜਿਉਂਦੇ ਜੀ ਉਹਨਾਂ ਦੀ ਸੇਵਾ ਨਹੀਂ ਕੀਤੀ। ਤੇ ਪਰ ਇੱਥੇ ਨਾਲ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਪਿੱਤਰਾਂ ਦੀ ਪੂਜਾ ਕਰਾਉਣ ਵਾਸਤੇ ਆਏ ਨੇ ਇਹਨਾਂ ਦੇ ਹੱਥ ਵੀ ਵੱਢੇ ਜਾਣੇ ਨੇ। ਨਾਨਕ ਅੱਗੇ ਸੂ ਮਿਲਿਆ ਜੇ ਖੱਟੇ ਘਾਲੇ ਦੇ, ਤੇ ਅਖੀਰ ਮੋਹਰ ਲਾਈ ਕਿ ਜਿਹੜਾ ਇਸ ਧਰਤੀ ਦੇ ਉੱਤੇ ਘਾਲ ਕਮਾਈ ਕਰਕੇ ਕੋਈ ਦਾਨ ਪੁੰਨ ਕਰਦਾ ਵੀ ਹੈ ਨਾ, ਤੇ ਦਾਨ ਕਰਨਾ ਕਿਸ ਤਰ੍ਹਾਂ? ਜਿਹੜੇ ਭੁੱਖੇ ਨੇ, ਜਿਹੜੇ ਲੋੜਵੰਦ ਨੇ, ਜਿਨ੍ਹਾਂ ਨੂੰ ਜ਼ਰੂਰਤ ਹੈ, ਤੇ ਜਿਹੜੇ ਜ਼ਰੂਰਤਮੰਦਾਂ ਨੂੰ ਦਾਨ ਦਿੰਦੇ ਨੇ ਨਾ, ਪਰ ਕਮਾਈ ਕਰਕੇ, 10 ਨਹੁੰਆਂ ਦੀ ਕਿਰਤ ਕਰਕੇ, ਆਪਣੇ ਹੱਥ ਦੇ ਨਾਲ ਕਮਾਇਆ ਹੋਇਆ ਧਨ ਉਹਦੇ ਵਿੱਚੋਂ। ਇਸੇ ਕਰਕੇ ਗੁਰੂ ਸਾਹਿਬਾਨ ਦਾ ਹੁਕਮ ਹੈ ਨਾ, 10ਵਾਂ ਹਿੱਸਾ ਜਿਹੜਾ ਉਹਦਾ ਦਾਨ ਕਰਨਾ, ਉਹਦਾ ਧਰਮ ਕਰਮ ਕਰਨਾ, ਭਾਵ ਕਿਸੇ ਲੋੜਵੰਦ ਦੀ ਖਾਤਰ। ਇੱਥੋਂ ਤੱਕ ਕਹਿ ਦਿੱਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜੇ ਕਿਤੇ ਜ਼ਰੂਰਤ ਪੈ ਵੀ ਜਾਏ, ਜਿੱਥੇ ਅਸੀਂ 10 ਰੁਪਏ ਗੋਲਕ ਵਿੱਚ ਪਾਉਂਦੇ ਹਾਂ, ਤੇ 10 ਰੁਪਏ ਅਸੀਂ ਕਿਸੇ ਗਰੀਬ ਦੇ ਘਰ ਵਿੱਚ ਵੀ ਰੱਖ ਆਈਏ ਕਿ ਭਾਈ ਇਹਦਾ ਚੁੱਲ੍ਹਾ ਜਗਦਾ ਰਹੇ, ਤੇ ਉਹ ਪ੍ਰਮਾਤਮਾ ਖੁਸ਼ ਹੋਵੇਗਾ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਅੱਗੇ ਸੂ ਮਿਲੈ। ਅੱਗੇ ਸਾਨੂੰ ਕੀ ਮਿਲਣਾ? ਜੇ ਖੱਟੇ, ਜੇ ਕਮਾਈ ਕਰੇ, ਘਾਲੇ ਘਾਲਣਾ ਕਰਕੇ, ਤੇ ਫਿਰ ਉਹਨੂੰ ਦੇ, ਭਾਵ ਉਹ ਫਿਰ ਵੰਡਦਾ ਹੈ ਧਰਤੀ ਦੇ ਉੱਤੇ, ਸਾਰਿਆਂ ਦੇ ਨਾਲ ਆਪਸ ਵਿੱਚ ਵੰਡ ਕੇ ਛਕਦਾ ਹੈ, ਛਕਾਉਂਦਾ ਹੈ। ਅਸਲ ਵਿੱਚ ਉਹ ਸਾਨੂੰ ਮਿਲਣਾ ਹੈ। ਇਹ ਨਹੀਂ ਮਿਲਣਾ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਸਰਾਧ ਕਰਾਓ। ਇੱਥੇ ਸਮਝਣ ਦੀ ਲੋੜ ਹੈ। ਮੈਂ ਬੇਨਤੀ ਕਰਾਂ ਕਿ ਅਸੀਂ ਭੁੱਲੀਏ ਨਾ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜੇ ਦੁਸਹਿਰੇ ਦੇ ਵਿੱਚ, ਜਿਹੜੇ ਸ਼ਰਾਧਾਂ ਦੇ ਵਿੱਚ ਜਾ ਕੇ ਆਪਣੇ ਪਿੱਤਰਾਂ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਜਿਉਂਦੇ ਜੀ ਆਪਣੇ ਪੁਰਖਾਂ ਦੀ, ਆਪਣੇ ਵਡੇਰਿਆਂ ਦੀ ਸੇਵਾ ਕਰਨ। ਸੋ ਅੱਜ ਦਾ ਇਹ ਸ਼ਲੋਕ, ਇਸ ਸ਼ਲੋਕ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਹੈ। ਕੱਲ੍ਹ ਦਾ ਸ਼ਲੋਕ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਹਦੇ ਵਿੱਚ ਮੇਰੀਆਂ ਭੈਣਾਂ ਦੇ ਪਰਥਾਏ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਲੋਕ ਕਿੰਨੀ ਨੀਚਤਾ ਦੇ ਨਾਲ ਵੇਖਦੇ ਸਨ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਔਰਤਾਂ ਨੂੰ ਕਿੰਨਾ ਉੱਚਾ ਦਰਜਾ ਦਿੱਤਾ। ਤੇ ਨਾਲ ਹੀ ਅੱਗੇ ਮਨੁੱਖ ਦੀ ਜਿਹੜੀ ਹੈਸੀਅਤ ਹੈ ਪੌੜੀ ਦੇ ਅੰਦਰ, ਉਹ ਦਰਸਾਈ ਹੈ। ਉਹ ਕੱਲ੍ਹ ਦੇ ਦੀਵਾਨਾਂ ਵਿੱਚ ਅਸੀਂ ਵਿਚਾਰ ਕਰਾਂਗੇ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਸਾਨੂੰ ਸਮਝ ਆ ਜਾਵੇ। ਜਿਹੜੇ ਅੱਜ ਵੀ ਅਸੀਂ ਬਾਣਾ ਗੁਰੂ ਨਾਨਕ ਦੇ ਘਰ ਦਾ ਪਾਇਆ, ਪਹਿਰਾਵਾ ਧਰਮੀ ਪਾਇਆ, ਭਾਵ ਅਸੀਂ ਸਿੱਖੀ ਸਰੂਪ ਦੇ ਵਿੱਚ ਵੀ ਜਿਹੜੇ ਬ੍ਰਾਹਮਣੀ ਕਰਮ ਕਰਦੇ ਉਹਨਾਂ ਨੂੰ ਛੱਡ ਦਈਏ। ਅੱਜ ਵੀ ਸਾਡਾ ਕਈ ਵਾਰ ਮਨ ਕਰਦਾ ਕਿ ਦੁਸਹਿਰਿਆਂ ਦੇ ਵਿੱਚ ਜਦੋਂ ਸਰਾਧ ਆਉਂਦੇ ਨੇ ਨਾ, ਜਦੋਂ ਸਰਾਧ, ਉਹਨਾਂ ਸਰਾਧਾਂ ਦੇ ਵਿੱਚ ਅਸੀਂ ਵੀ ਦਾਨ ਪੁੰਨ ਕਰੀਏ। ਜਾਂ ਸਾਲ ਬਾਅਦ ਜਦੋਂ ਸਾਡੇ ਪਿਤਾ ਦੀ ਮੌਤ ਨੂੰ ਸਾਲ ਹੋਇਆ ਹੁੰਦਾ, ਉਹਦੇ ਦਿਨ ਅਸੀਂ ਵੀ ਜਿਹੜਾ ਵਾ ਉਹ ਐਸੇ ਕਰਮ ਕਰਦੇ। ਉਹਨਾਂ ਕਰਮਾਂ ਨੂੰ ਛੱਡ ਕੇ ਕੇਵਲ ਗੁਰਮਤਿ ਦ੍ਰਿੜੀਏ। ਤੇ ਗੁਰਮਤਿ ਦੇ ਅਨੁਸਾਰ ਇਹ ਨਹੀਂ ਨਾਸਤਿਕ ਹੋ ਜਾਣਾ ਕਿ ਕਿਸੇ ਨੂੰ ਦਾਨ ਨਹੀਂ ਕਰਨਾ, ਲੰਗਰ ਗੁਰੂ ਘਰ ਦੇ ਵਿੱਚ ਨਹੀਂ ਕਰਾਉਣਾ। ਨਹੀਂ, ਸੰਗਤ ਵਾਸਤੇ ਅਸੀਂ ਲੰਗਰ ਜਿਹੜਾ ਵਾ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਪੰਗਤ ਤੇ ਸੰਗਤ ਇਹ ਦੋਵੇਂ ਜਿਹੜੀਆਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਪੰਗਤ ਵਾਸਤੇ ਲੰਗਰ ਦੀ ਜ਼ਰੂਰਤ ਹੈ। ਅਸੀਂ ਜਿਹੜਾ ਆਪਣਾ 10ਵਾਂ ਹਿੱਸਾ ਉਹਦੇ ਵਿੱਚੋਂ ਹਿੱਸਾ ਲੰਗਰਾਂ ਵਾਸਤੇ ਦੇ ਸਕਦੇ ਹਾਂ,
ਪਰ ਇਹ ਨਹੀਂ ਕਹਿ ਕੇ ਕਿ ਸਾਡੇ ਪਿੱਤਰਾਂ ਤੱਕ ਪਹੁੰਚ ਜਾਵੇਗਾ, ਸਾਡਾ ਉਧਾਰ ਹੋ ਜਾਵੇਗਾ, ਜਾਂ ਅਸੀਂ ਆਪਣੇ ਮਾਂ ਪਿਓ ਨੂੰ ਭੁੱਖਾ ਛੱਡ ਕੇ ਉਹਨੂੰ ਪਾਟੇ ਕੱਪੜੇ ਪਵਾ ਕੇ ਤੇ ਆਪ ਆਖੀਏ ਕਿ ਅਸੀਂ ਧਰਮ ਕਰਮ ਕਰਦੇ ਹੋਏ ਸੰਸਾਰ ਦੇ ਵਿੱਚ ਉੱਚਾ ਰੁਤਬਾ ਹਾਸਲ ਕਰੀਏ। ਐਸਾ ਨਹੀਂ ਕਰਨਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਹੀਂ, ਇਸ ਧਰਤੀ 'ਤੇ ਜੋ ਘਾਲੇਗਾ ਨਾ ਉਹੀ ਖੱਟੇਗਾ, ਉਹਦੇ ਵਿੱਚੋਂ ਫਿਰ ਤੂੰ ਦਾਨ ਦੇਂਗਾ ਤੇ ਫਿਰ ਤੇਰਾ ਉਧਾਰ ਹੋਣਾ। ਜੇ ਤੂੰ ਮਾੜੇ ਕਰਮ ਕਮਾਏਂਗਾ ਤੇ ਇਸ ਧਰਤੀ ਦੇ ਉੱਤੇ ਤੈਨੂੰ ਮਾੜੇ ਹੀ ਜਿਹੜੇ ਨੇ ਨੀਚਤਾ ਵਾਲੇ ਹੀ ਗੁਣ ਮਿਲਣਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਫੁੱਲਾਂ ਦੀ ਖਿਮਾ। ਆਓ ਅੰਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।